अंतम संस्कार। वाहिगुरू जी का खालसा, वाहिगुरू जी की फतेह। सतगुरु साहिब जी की साजी नवाजी गुरु खालसा साहब संगत जीओ। पिछे पहला जन्म संस्कार, दूजा विद्या संस्कार, तीजा अमृत संस्कार, चौथा आनंदकार संस्कार कथन किया है। हुण पंजवां अंतम संस्कार श्रवण करो। जो जीव संसार के अंदर आए हुए ने उन्हां दे विचों जिहड़े जीवन मुक्त हन उन्हां बारे गुरबाणी अंदर जिक्र आया है। तैसा हरख तैसा उस सोग, सदा आनंद तह नहीं वियोग। तैसा स्वर्ण तैसी उस माटी, तैसा अमृत तैसी बिखाटी। तैसा मान तैसा विमान, तैसा रंग तैसा राजान। जो वरताए साई जुगत, नानक वो पुरख कही है जीवन मुक्त। ਜਿਹੜੇ जीवन मुक्त पुरख ਹਨ ਉਹਨਾਂ ਨੂੰ ਸੋਗ ਕਦੇ ਨਹੀਂ ਹੁੰਦਾ। ਜਦੋਂ ਵਾਹਿਗੁਰੂ ਜੀ ਦੀ ਆਗਿਆ ਅਨੁਸਾਰ ਸਰੀਰ ਛੱਡਦੇ ਹਨ, ਘੱਲੇ ਆਵਹਿ ਨਾਨਕਾ, ਸੱਦੇ ਉੱਠੀ ਜਾਹੇ। 1239 ਅੰਕ ਤੇ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਦੇ ਹੁਕਮ ਦੇ ਘੱਲੇ ਹੋਏ ਆਉਂਦੇ ਹਨ। ਜਦੋਂ ਅਕਾਲ ਪੁਰਖ ਆਗਿਆ ਕਰਦਾ ਹੈ ਉਹ ਹੁਕਮ ਅੰਦਰ ਪ੍ਰਸੰਨ ਹੋ ਕੇ ਚਲੇ ਜਾਂਦੇ ਹਨ। ਜਿਹੜੇ ਮਨਮੁਖ ਲੋਕ ਹਨ ਉਹਨਾਂ ਨੂੰ ਮਰਨਾ ਚੰਗਾ ਨਹੀਂ ਲੱਗਦਾ। ਉਹ ਆਪਣੇ ਆਪ ਨੂੰ ਲੁਕੋ ਕੇ ਰੱਖਦੇ ਹਨ ਕਿ ਸਾਨੂੰ ਜਮ ਨਾ ਪਕੜ ਕੇ ਲੈ ਜਾਵੇ। ਜਿਸ ਪ੍ਰਕਾਰ ਯੂਨਾਨ ਵਿੱਚ ਸਿਕੰਦਰ ਆਜ਼ਮ ਦੇ ਵਕਤ ਇੱਕ ਬਹੁਤ ਮਸ਼ਹੂਰ ਪੁਰਖ ਅਫਲਾਤੂ ਹੋਇਆ। ਉਸ ਅਫਲਾਤੂ ਨੇ ਜਦੋਂ ਅੰਤ ਦਾ ਸਮਾਂ ਆਇਆ ਉਸਨੇ ਰਬੜ ਦੀਆਂ ਆਪਣੇ ਵਰਗੀਆਂ ਬਹੁਤ ਮੂਰਤਾਂ ਘੜ ਲਈਆਂ। ਇਉਂ ਹੁਣ ਬਹੁਤੇ ਅਫਲਾਤੂ ਬਣ ਬੈਠੇ। ਲਗਭਗ 45 ਦੇ ਕਰੀਬ ਉਹਨੇ ਬੁੱਤ ਬਣਾਏ ਸਨ ਆਪਣੇ ਵਰਗੇ। ਜਮਦੂਤ ਸਮਝ ਨਾ ਸਕੇ ਕਿ ਅਫਲਾਤੂ ਕਿਹੜਾ ਇਹਨਾਂ ਸਾਰਿਆਂ ਵਿੱਚੋਂ। ਧਰਮ ਰਾਜਾ ਨੂੰ ਜਾ ਕੇ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਅਫਲਾਤੂ ਉੱਥੇ ਕਈ ਬਣੇ ਬੈਠੇ ਨੇ, ਇਹਨੂੰ ਲੈ ਕੇ ਆਈਏ। ਧਰਮ ਰਾਜਾ ਕਹਿੰਦਾ ਉਹ ਹਉਮੈ ਤੋਂ ਰਹਿਤ ਨਹੀਂ ਅਫਲਾਤੂ ਜਿਹੜਾ ਹੈ, ਉਹਨੂੰ ਜਾ ਕੇ ਸਲਾਹੁਣਾ ਕਰੋ ਕਿ ਆਹ ਵੀ ਤਸਵੀਰ ਚੰਗੀ ਹੈ, ਆਹ ਵੀ ਮੂਰਤ ਚੰਗੀ ਹੈ, ਪਰ ਇੱਕ ਦਾ ਇਹ ਕਹਿ ਦਿਓ ਕਿ ਵੀ ਇਹ ਨੱਕ ਨਹੀਂ ਚੰਗਾ ਬਣਿਆ, ਇੱਕ ਦੇ ਕਹਿ ਦੇਈ ਕੰਨ ਨਹੀਂ ਚੰਗੇ ਬਣੇ, ਇੱਕ ਦਾ ਕਹਿ ਦਿਓ ਕਿ ਇਉਂ ਕਹਿ ਦਿਓ ਕਿ ਸਿਰ ਭੈੜਾ ਬਣਾਤਾ ਬੜਾ ਇਹਦਾ। ਜਦੋਂ ਇਸ ਤਰ੍ਹਾਂ ਕਹੋਗੇ ਜਿਹੜਾ ਅਸਲ ਅਫਲਾਤੂ ਹੋ ਉਹ ਬੋਲ ਪਊਗਾ। ਇਹ ਸੁਣ ਕੇ ਜਮਦੂਤ ਜਾ ਕੇ ਸਲਾਉਣ ਲੱਗ ਪਏ, ਆਹ ਵੀ ਤਸਵੀਰ ਚੰਗੀ ਹੈ, ਆਹ ਵੀ ਤਸਵੀਰ ਚੰਗੀ ਹੈ, ਇਸਦਾ ਨੱਕ ਵਿੰਗਾ ਹੈ, ਇਹਦਾ ਥੋੜ੍ਹਾ ਕੰਨ ਵਿੰਗਾ, ਇਹਦਾ ਸਿਰ ਠੀਕ ਨਹੀਂ। ਉਸ ਵੇਲੇ ਅਫਲਾਤੂ ਬੋਲਿਆ, ਕੌਣ ਹੈ ਤੂੰ ਮੇਰੀ ਬਣਾਈ ਹੋਈ ਚੀਜ਼ ਨੂੰ ਨਿੰਦਣ ਵਾਲਾ? ਉਸੇ ਵੇਲੇ ਜਮਦੂਤਾਂ ਨੇ ਗਲ ਕੁੱਟ ਕੇ ਮਾਰ ਦਿੱਤਾ। ਇਉਂ ਜਿਹੜੇ ਬਾਹਲੇ ਸਿਆਣੇ ਹਨ ਉਹਨਾਂ ਨੂੰ ਵੀ ਮੌਤ ਨੇ ਛੱਡਿਆ ਨਹੀਂ, ਪਿੱਛੇ ਵੀ ਜਿਹੜੇ ਸਿਆਣੇ ਸੀ ਉਹਨਾਂ ਨੂੰ ਵੀ ਨਹੀਂ ਛੱਡਿਆ, ਹੁਣ ਵੀ ਨਹੀਂ ਛੱਡਣਾ ਤੇ ਅੱਗੇ ਨੂੰ ਵੀ ਨਹੀਂ ਛੱਡਣਾ। ਉਹਨਾਂ ਦਾ ਵੀ ਅੰਤ ਕਰ ਦਿੱਤਾ। ਸਤਿਗੁਰਾਂ ਨੇ ਬਚਨ ਕੀਤਾ, ਜਗ ਮਰਨ ਨਾ ਭਾਇਆ, ਨਿਤਾਪ ਲੁਕਾਇਆ, ਮਤ ਜਮ ਪਕੜਿਆ ਲੈ ਜਾਏ ਜੀਓ। ਇਸ ਪ੍ਰਕਾਰ ਦੀ ਹਾਲਤ ਦੁਨੀਆ ਦੀ ਹੋ ਰਹੀ ਹੈ। ਸੋ ਜਿਹੜੇ ਗੁਰਮੁਖ ਹਨ ਉਹ ਕਹਿੰਦੇ ਹਨ ਵਾਹਿਗੁਰੂ ਵੱਲੋਂ ਧੁਰੋਂ ਸਾਹ ਲਿਖਾ ਕੇ ਆਏ ਹਨ, ਉਹਦੇ ਹੁਕਮ ਅਨੁਸਾਰ ਪ੍ਰਸੰਨ ਹੋ ਕੇ ਚੱਲਦੇ ਹਨ। ਉਹ ਵਾਹਿਗੁਰੂ ਦੇ ਪਿਆਰੇ ਹਨ, ਜੀਵਨ ਮੁਕਤ ਹਨ। ਜੀਵਨ ਮੁਕਤ ਨੂੰ ਸਰੀਰ ਦੇ ਅੰਤ ਵੇਲੇ ਕੋਈ ਸ਼ੋਕ ਨਹੀਂ ਹੁੰਦਾ। ਉਹ ਆਨੰਦ ਦੇ ਸਮੇਤ ਜਿਵੇਂ ਕੋਈ ਕਿਸੇ ਮੇਲੇ 'ਚ ਮਿਲ ਕੇ ਜਾਵੇ ਇਉਂ ਮਿਲ ਕੇ ਜਾਂਦੇ ਹਨ ਸੰਸਾਰ ਵਿੱਚੋਂ। ਇਹ ਸੰਸਾਰ ਵਾਹਿਗੁਰੂ ਦਾ ਬਗੀਚਾ ਸਮਝ ਕੇ ਕਿਸੇ ਨਾਲ ਮੋਹ ਨਹੀਂ ਕਰਦੇ, ਕਿਸੇ ਨਾਲ ਸਤਰਤਾ ਨਹੀਂ ਕਰਦੇ, ਨਾ ਦਵੈਖ ਹੈ ਨਾ ਰਾਗ ਹੈ। ਉਹਨਾਂ ਗੁਰਮੁਖਾਂ ਦਾ ਜਿਹੜਾ ਜੀਵਨ ਹੈ ਸੋਗ ਤੋਂ ਰਹਿਤ ਹੈ। ਆਨੰਦ ਦੇ ਸਮੇਤ ਉਹਨਾਂ ਪਿਆਰਿਆਂ ਦਾ ਕੂਚ ਕਰਨਾ ਹੈ। ਉਹਨਾਂ ਮਹਾਂਪੁਰਖਾਂ ਦੇ ਜੀਵਨ ਬਾਬਤ ਭਗਤ ਜੀ ਨੇ ਲਿਖਿਆ, ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਜੇ ਹਰੀ ਦਾ ਸੰਤ ਹੜੰਬੇ ਧਰਤੀ ਵਿੱਚ ਜਿੱਥੇ ਗਣੇਸ਼ ਦੇ ਬਾਰ-ਬਾਰ ਪੁੱਛਣ ਤੇ ਕਿ ਇੱਥੇ ਮਰਨ ਵਾਲਾ ਕੀ ਬਣੇਗਾ ਤਾਂ ਵਿਆਸ ਜੀ ਨੇ ਸਰਾਪ ਦਿੱਤਾ ਸੀ ਕਿ ਇੱਥੇ ਮਰਨ ਵਾਲਾ ਮਰ ਕੇ ਗਧਾ ਬਣੇਗਾ। ਪਰ ਉਹ ਥਾਂ ਧਰਤੀ ਤੇ ਜੇ ਜੀਵਨ ਮੁਕਤ ਮਰ ਜਾਏ ਤਾਂ ਸਾਰਿਆਂ ਸਾਥੀਆਂ ਨੂੰ ਉਤਾਰ ਸਕਦਾ ਹੈ। ਇਹ ਵਾਕ ਭਗਤ ਕਬੀਰ ਜੀ ਨੇ ਆਪਣੀ ਰਸਨਾ ਦੁਆਰਾ ਕਿਹਾ ਹੈ। ਇਸ ਵਿੱਚ ਕੋਈ ਸ਼ੰਕਾ ਨਹੀਂ ਹੈ। ਚਾਹੇ ਉਹਨਾਂ ਦਾ ਸਰੀਰ ਕਿਸੇ ਤੀਰ ਤੇ ਛੁੱਟ ਜਾਏ, ਚਾਹੇ ਉਹਨਾਂ ਦਾ ਕਿਸੇ ਹੱਡਾਂ ਰੋੜੇ ਤੇ ਛੁੱਟ ਜਾਏ, ਉਹ ਸਾਰਿਆਂ ਥਾਵਾਂ ਵਿੱਚ ਮੁਕਤ ਹੀ ਮੁਕਤ ਨੇ। ਉਹਨਾਂ ਬ੍ਰਹਮ ਗਿਆਨੀਆਂ ਦੇ ਵਾਸਤੇ ਕਿਸੇ ਕਰਮ ਕਾਂਡ ਦੀ ਲੋੜ ਨਹੀਂ ਹੈ। ਉਹ ਜੀਵਨ ਮੁਕਤ ਪੁਰਖ ਹਨ। ਬਦੇਹ ਮੁਕਤ ਪਹਿਲਾਂ ਹੀ ਦੇਹ ਦਾ ਅਭਿਮਾਨ ਛੱਡ ਚੁੱਕੇ ਹਨ। ਮਗਰੋਂ ਸਰੀਰ ਜਿਹੜਾ ਹੈ ਜਿਵੇਂ ਚੁੱਲ੍ਹੇ ਵਿੱਚ ਅੱਗ ਬੁਝਾ ਦਈਏ, ਉਹ ਗਰਮ ਕੁਝ ਚਿਰ ਪ੍ਰਤੀਤ ਰਹਿੰਦਾ ਹੈ। ਇਉਂ ਪ੍ਰਾਰਬਧ ਨਾਲ ਸਰੀਰ ਖੜਾ ਰਹਿੰਦਾ, ਪਰ ਦੇਹ ਦੀ ਹੰਗਤਾ ਮਾਰ ਕੇ ਉਸੇ ਦਿਨ ਤੋਂ ਹੀ ਉਹ ਜੀਵਨ ਮੁਕਤ ਜੀਵਤ ਭਾਵ ਤੋਂ ਮਰ ਜਾਂਦੇ ਨੇ। ਇਸ ਕਰਕੇ ਉਹ ਵਾਹਿਗੁਰੂ ਵਿੱਚ ਮਿਲੇ ਰਹਿੰਦੇ ਨੇ। ਜਿੰਨਾ ਚਿਰ ਉਹ ਜਿਉਂਦੇ ਹਨ ਜਿਵੇਂ ਘੜਾ ਪਾਣੀ ਵਿੱਚ ਭਰ ਕੇ ਰੱਖ ਦਈਏ, ਇਉਂ ਵਾਹਿਗੁਰੂ ਵਿੱਚ ਮਿਲੇ ਰਹਿੰਦੇ ਨੇ।
ਜਦੋਂ ਸਰੀਰ ਛੱਡਦੇ ਨੇ, ਜਿਵੇਂ ਘੜੇ ਨੂੰ ਪਾਣੀ ਦੇ ਵਿੱਚ ਹੀ ਮਿਲਾ ਦਈਏ, ਘੜੇ ਦੀਆਂ ਵੱਖੀਆਂ ਬਾਹਰ ਕੱਢ ਦਈਏ, ਉਹ ਇਉਂ ਅਭੇਦ ਹੁੰਦੇ ਹਨ, ਬ੍ਰਹਮ ਵਿੱਚ ਅਸੰਗ ਹੁੰਦੇ ਨੇ ਗੁਰਮੁਖ ਪਿਆਰੇ। ਇਸ ਕਰਕੇ ਗੁਰਮੁਖਾਂ ਨੂੰ ਜੰਮਣ ਮਰਨ ਦਾ ਸੋਗ ਨਹੀਂ ਹੁੰਦਾ, ਉਹ ਆਨੰਦ ਦੇ ਸਮੇਤ ਹੁੰਦੇ ਨੇ। ਅਤੇ ਸਾਧ ਸੰਗਤ ਜੀ, ਦੂਸਰੇ ਜਿਹੜੇ ਪੁਰਖ ਹਨ ਉਹਨਾਂ ਦਾ ਸੋਗ ਦੇ ਸਹਿਤ ਮਰਨਾ ਹੁੰਦਾ ਹੈ। ਸੋਗ ਦੇ ਸਹਿਤ ਮਰਨ ਵਾਲਿਆਂ ਵਾਸਤੇ ਲਿਖਿਆ ਹੈ 484 ਅੰਗ ਤੇ, ਮਨਹੁ ਕਠੋਰ ਮਰੈ ਬਾਨਾਰਸ ਨਰਕ ਨਾ ਬਾਂਚਿਆ ਜਾਏ। ਜੋ ਮਨ ਦਾ ਬਹੁਤਾ ਕਰੜਾ ਹੈ, ਗੁਰੂ ਸਾਹਿਬ ਦੇ ਸ਼ਬਦ ਤੇ ਨਹੀਂ ਭਿੱਜਦਾ, ਮਨ ਨਰਮ ਨਹੀਂ ਹੁੰਦਾ, ਸਾਰਿਆਂ ਦੀ ਧੂੜ ਨਹੀਂ ਬਣਦਾ, ਆਕੜ ਨਹੀਂ ਛੱਡਦਾ, ਆਪਣੀ ਕਠੋਰਤਾਈ ਨੂੰ ਨਹੀਂ ਛੱਡਦਾ, ਜੇ ਉਹ ਕਾਂਸ਼ੀ ਵਿੱਚ ਵੀ ਜਾ ਕੇ ਮਰ ਜਾਵੇ ਤਾਂ ਵੀ ਉਹ ਨਰਕ ਤੋਂ ਨਹੀਂ ਬਚ ਸਕਦਾ। ਪ੍ਰੇਤ ਦੀ ਜੂਨ ਨਰਕ ਸਮਝੋ। ਪ੍ਰੇਤ ਦਾ ਸੁਭਾਅ ਮੈਲ ਹੀ ਭਖਣ ਕਰਦਾ ਤੇ ਹੱਥ ਧੋਤਿਆਂ ਵਾਲਾ ਪਾਣੀ ਉਹਨੂੰ ਪੀਣ ਨੂੰ ਮਿਲਦਾ। ਇਹੋ ਜਿਹੀ ਹਾਲਤ ਪ੍ਰੇਤ ਦੀ ਹੈ, ਸੋ ਉਹ ਮਨਮੁਖ ਦਾ ਜੀਵਨ ਪ੍ਰੇਤ ਦੀ ਜੂਨ ਦੀ ਨਿਆਈ ਹੁੰਦਾ। ਪਾਣਨੀ ਮੁਨੀ ਨੂੰ ਬੜਾ ਹੰਕਾਰ ਸੀ ਕਿ ਮੈਂ ਚੰਗਾ ਵਿਆਕਰਣ ਰਚਿਆ। ਉਹ ਕਾਂਸ਼ੀ ਵਿੱਚ ਮਰਨ ਦੇ ਬਾਵਜੂਦ ਮਰਨ ਤੋਂ ਬਾਅਦ ਪ੍ਰੇਤ ਦੀ ਜੂਨ ਵਿੱਚ ਪਿਆ ਸੀ। ਧੰਨ ਗੁਰੂ ਨਾਨਕ ਦੇਵ ਜੀ ਜਦੋਂ ਗਏ ਤਾਂ ਉਹਨਾਂ ਨੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇਹ ਸ੍ਰੀ ਰਾਗ ਦੇ 54 ਅੰਗ ਤੇ ਸ਼ਬਦ ਮਹਾਰਾਜ ਨੇ ਅੰਕਿਤ ਕੀਤਾ। ਉਚਾਰ ਕੇ ਇਹ ਸ਼ਬਦ ਭਾਈ ਮਰਦਾਨੇ ਤੋਂ ਕੀਰਤਨ ਕਰਾ ਉਸ ਪ੍ਰੇਤ ਦੀ ਕਲਿਆਣ ਸਤਿਗੁਰੂ ਮਹਾਰਾਜ ਨੇ ਕੀਤੀ ਸੀ। ਇਵੇਂ ਹੀ 9ਵੇਂ ਪਾਤਸ਼ਾਹ ਜੀ ਨੂੰ ਜਦੋਂ ਦਿੱਲੀ ਵਿੱਚ ਭੂਤਾਂ ਵਾਲੀ ਹਵੇਲੀ ਵਿੱਚ ਉਤਾਰਾ ਦਿੱਤਾ ਸੀ ਤਾਂ ਉਸ ਸਮੇਂ ਇੱਕ ਪ੍ਰੇਤ ਨੇ ਗੁਰੂ ਮਹਾਰਾਜ ਦੇ ਹਜ਼ੂਰ ਪੋਨਾ ਗੰਨਾ ਭੇਟ ਕੀਤਾ ਸੀ। ਪੋਨਾ ਚੂਪ ਕੇ ਮਹਾਰਾਜ ਸਾਹਿਬ ਨੇ ਜਿਹੜੀਆਂ ਛਿਲਕਾਂ ਸੁੱਟੀਆਂ, ਉਹ ਛਿੱਲਾਂ ਚੂਪ ਕੇ ਉਸ ਪ੍ਰੇਤ ਦੀ ਜੂਨ ਛੁੱਟ ਗਈ ਤੇ ਉਹ ਮੁਕਤ ਹੋ ਗਿਆ। ਇਉਂ ਸਤਿਗੁਰੂ ਮਹਾਰਾਜ ਨੇ ਬਚਨ ਜਿਵੇਂ ਕੀਤਾ 323 ਅੰਗ ਤੇ, ਪ੍ਰੇਤੋਂ ਕੀ ਤੋਨ ਦੇਵਤਾ ਤਿਨ ਕਰਨਾ ਹਾਰੇ। ਸਤਿਗੁਰੂ ਸਾਹਿਬ ਜੀ ਦਾ ਤਾਂ ਏਡਾ ਬਿਰਦ ਹੈ, ਵਿਗੜਿਆਂ ਹੋਇਆਂ ਨੂੰ ਸੁਧਾਰ ਦਿੰਦੇ ਹਨ। ਇਹ ਅੱਖਰ ਦਾ ਧਿਆਨ ਰੱਖਣਾ, ਬਿਰਦ ਦੱਦੇ ਨਾਲ ਹੈ, ਇੱਕ ਹੁੰਦਾ ਧੱਦੇ ਨਾਲ ਬਿਰਦ। ਉਹ ਬਿਰਦ ਹੁੰਦਾ ਜਿਹੜਾ ਬਜ਼ੁਰਗ ਹੋਵੇ, ਕੋਈ ਬਿਰਦ ਹੋ ਗਿਆ ਬਾਹਲੀ ਵੱਡੀ ਉਮਰ ਦਾ। ਇੱਕ ਹੁੰਦਾ ਏਡਾ ਬਿਰਦ, ਬਿਰਦ ਹੁੰਦਾ ਧਰਮ। ਸੋ ਬਿਰਦ ਬਾਣੇ ਦੀ ਲਾਜ ਰੱਖੋ ਜੀ। ਬਿਰਦ ਮਤਲਬ ਕਿ ਧਰਮ ਪਰਮੇਸ਼ਰ ਦਾ। ਉਹ ਕਈ ਬੰਦੇ ਸਮਝਦੇ ਖਨੀ ਬਿਰਧ ਆਦਮੀ ਵਾਸਤੇ ਗੱਲ ਕੀਤੀ ਹੈ, ਪਰ ਜਿਹੜੇ ਵਿਗੜੇ ਹੋਏ ਜੀਵਨ ਹਨ ਉਹ ਕਾਂਸ਼ੀ ਵਿੱਚ ਮਰ ਕੇ ਵੀ ਮੁਕਤ ਨਹੀਂ ਹੋ ਸਕਦੇ। ਪ੍ਰੇਤ ਦੀ ਜੂਨ ਕੋਈ ਨਰਕ ਤੋਂ ਛੋਟੀ ਨਹੀਂ ਆ। ਸੋ ਇਸ ਪ੍ਰਕਾਰ ਗਿਆਨਵਾਨਾਂ ਦਾ ਮਰਨ ਤੇ ਅਗਿਆਨੀਆਂ ਦਾ ਮਰਨ ਵਿੱਚ ਫਰਕ ਹੈ। ਸੋ ਜਿਸ ਵਕਤ ਪ੍ਰਾਣੀ ਦੇ ਸਰੀਰ ਦੇ ਸ਼ਾਂਤ ਦਾ ਸਮਾਂ ਹੋਵੇ, ਉਸ ਵਕਤ ਉਸ ਦੇ ਪਾਸ ਬਾਣੀ ਦਾ ਪਾਠ ਹੋਣਾ ਚਾਹੀਦਾ। ਕੋਈ ਪ੍ਰੇਮੀ ਭਾਵੇਂ ਐਸੇ ਹੁੰਦੇ ਹਨ, ਉਹ ਬਾਣੀ ਭਾਵੇਂ ਹਮੇਸ਼ਾ ਹੀ ਪੜ੍ਹਦੇ ਰਹਿੰਦੇ ਹਨ, ਪਰ ਅੰਤ ਦੇ ਵੇਲੇ ਬੜਾ ਆਨੰਦ ਆਇਆ ਤੇ ਮਨ ਸ਼ਾਂਤੀ ਤੇ ਨਾਮ 'ਚ ਲੀਨ ਹੋ ਗਿਆ। ਜਿਵੇਂ ਭਾਈ ਹੀਰਾ ਸਿੰਘ ਜੀ ਠੱਕਰਵਾਲੀ ਨੇ ਸਾਡੇ ਹੱਥਾਂ ਵਿੱਚ ਚੜ੍ਹਾਈ ਕੀਤੀ, ਮਹਾਂਪੁਰਖ ਲਿਖਦੇ ਨੇ, ਉਸ ਨੂੰ ਸ਼ਾਮ ਦੇ ਵਕਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸਿੰਘ ਸੁਣਾ ਰਹੇ ਸਨ। 8ਵੀਂ ਅਸ਼ਟਪਦੀ ਵਿੱਚ ਕਹਿਣ ਲੱਗਾ, ਮੇਰਾ ਚਿੱਤ ਇਹੋ ਜਿਹਾ ਇਕਾਗਰ ਹੋਇਆ ਹੈ ਜਿੰਨਾ ਸਾਰੀ ਉਮਰ ਕਦੇ ਇਕਾਗਰ ਨਹੀਂ ਹੋਇਆ। ਹੁਣ ਮੇਰਾ ਬਾਣੀ ਵਿੱਚ ਇੰਨਾ ਚਿੱਤ ਲੱਗਾ ਹੋਇਆ ਹੈ ਕਿ ਮੈਨੂੰ ਕੋਈ ਬੁਲਾਓ ਨਾ। ਇਸ ਪ੍ਰਕਾਰ ਦਾ ਉਹਦਾ ਚਿੱਤ ਇਕਾਗਰ ਹੋ ਗਿਆ ਸੀ। ਉਹਦਾ ਚਿੱਤ ਇਕਾਗਰ ਹੋਣ ਕਰਕੇ ਜਦੋਂ ਸਵੇਰ 4 ਵਜੇ ਉਸਨੇ ਸੀਸ ਛੱਡਿਆ ਸੀ, ਉਸ ਵਕਤ ਜਿਹੜੇ ਬਾਹਰ ਵਿਚਰਦੇ ਸਨ ਉਹਨਾਂ ਨੂੰ ਦਿਸਿਆ ਕਿ ਰੱਥ ਦੇ ਉੱਤੇ ਬੈਠਾ ਭਾਈ ਹੀਰਾ ਸਿੰਘ ਚਲਿਆ ਜਾ ਰਿਹਾ ਹੈ। ਇਹ ਨਜ਼ਾਰਾ ਹੋਇਆ। ਇਹ ਮਹਾਰਾਜ ਜੀ ਦੀ ਬਾਣੀ ਦਾ ਪ੍ਰਤਾਪ ਹੈ। ਜਿਵੇਂ ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਪ੍ਰਤਾਪ ਹੈ, ਜਿਵੇਂ ਮਹਾਰਾਜ ਸਾਹਿਬ ਜੀ ਦੇ ਹੁਕਮ ਹੈ, ਖੇਮੇ ਛਤਰ ਸਰਾਏ 'ਚ ਦਿਸਨ ਰੱਥ ਪੀੜੇ, ਜਿਨੀ ਤੇਰਾ ਨਾਮ ਤੇ ਆਇਆ ਤਿਨ ਕੋ ਸੱਦ ਮਿਲੇ। ਇਹ ਮਾਰੂ ਰਾਗ 'ਚ ਪਹਿਲੇ ਪਾਤਸ਼ਾਹ ਜੀ ਨੇ 999 ਅੰਗ ਤੇ ਅੰਕਿਤ ਕੀਤਾ ਸ਼ਬਦ। ਉਹਨਾਂ ਨੂੰ ਸਹਿਤ ਆਦਤ ਦੇ ਬੈਕੁੰਠ ਵਿੱਚ ਲਿਜਾਇਆ ਜਾਂਦਾ, ਸੱਚਖੰਡ ਲਿਜਾਇਆ ਜਾਂਦਾ। ਐਸੀ ਮਹਾਰਾਜ ਸਾਹਿਬ ਦੀ ਮਿਹਰ ਹੁੰਦੀ ਹੈ। ਬਾਣੀ ਦੀ ਜੋ ਸਾਧ ਸੰਗਤ ਗਤੀ ਹੈ ਉਹ ਅਗਾਧ ਬੋਧ ਹੈ, ਸਮਝ ਤੋਂ ਪਰੇ ਹੈ। ਆਪਾਂ ਜਿੰਨੀ ਕੁ ਬਾਣੀ ਦੀ ਤਾਕਤ ਨੂੰ ਸਮਝਦੇ ਆ, ਇਹ ਤਾਂ ਕੁਝ ਵੀ ਨਹੀਂ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ। ਇੰਨੀ ਜ਼ਿਆਦਾ ਡੂੰਘੀ ਅਗਾਧ ਬੋਧ ਗਤੀ ਹੈ ਇਹ ਕਿ ਇਹਦੀ ਵਿਆਖਿਆ ਨਹੀਂ ਕਰ ਸਕਦੇ ਆਪਾਂ। ਇਹ ਤਾਂ ਜਿਨ੍ਹਾਂ ਨੇ ਇਸ ਰਸ ਨੂੰ ਜਾਣਿਆ, ਜਿਹੜੇ ਉਹਦੇ 'ਚ ਪ੍ਰਵਿਰਤ ਹੋਏ ਨੇ, ਉਹ ਹੀ ਸਮਝ ਸਕਦੇ ਨੇ। ਜਾਂ ਅਭਿਆਸੀ ਪੁਰਸ਼ ਕਿਤੇ ਰਲ ਕੇ ਬੈਠ ਜਾਣ ਤਾਂ ਉਹ ਹੀ ਇਹ ਗਤੀ ਜਾਣ ਸਕਦੇ ਨੇ ਕਿ ਹਿਰਦੇ 'ਚ ਜੇ ਨਾਮ ਦਾ ਵਾਸਾ ਹੁੰਦਾ ਹੋਵੇ ਤਾਂ ਫਿਰ ਕੀ ਕੀ ਬਖਸ਼ਿਸ਼ ਹੁੰਦੀ ਹੈ। ਇਸੇ ਪ੍ਰਕਾਰ ਭਾਈ ਸਰਦੂਲ ਸਿੰਘ ਜੀ ਲਾਇਰਪੁਰੀ ਪਹਿਲੀ ਵੇਰ ਜਦੋਂ ਅਸੀਂ ਗਏ ਸੀ, ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕਹਿੰਦੇ ਨੇ, ਉਸ ਨੂੰ ਗਰਦਨ ਤੋੜ ਬੁਖਾਰ ਹੋ ਗਿਆ ਸੀ ਤੇ 35 ਦਿਨ ਉਹਨਾਂ ਦਾ ਡਾਕਟਰ ਫੌਜਾ ਸਿੰਘ ਜੀ ਇਲਾਜ ਕਰਦੇ ਰਹੇ। ਫਿਰ ਉਹਦਾ ਸਰੀਰ ਸ਼ਾਂਤ ਹੋਣਾ ਸੀ।
ਸੋ ਬਦੋ ਬਦੀ ਉਹਨੇ ਸਿੰਘਾਂ ਤੋਂ ਛੁੱਟ ਕੇ ਇਸ਼ਨਾਨ ਕਰ ਲਿਆ ਤੇ ਮੰਜੇ ਤੇ ਬੈਠ ਗਿਆ। ਉਸਨੂੰ ਪੁੱਛਿਆ, ਕਹਿੰਦਾ ਮੈਨੂੰ 5 ਪਿਆਰਿਆਂ ਦੇ ਦਰਸ਼ਨ ਹੋ ਰਹੇ ਭਾਈ। ਇਸ ਵਕਤ ਭਾਈ ਧਰਮ ਸਿੰਘ ਜੀ, ਭਾਈ ਦਇਆ ਸਿੰਘ ਜੀ ਆਦਿ 5 ਸਿੰਘ ਮੈਨੂੰ ਦਰਸ਼ਨ ਦੇ ਰਹੇ ਨੇ ਤੇ ਮੈਨੂੰ ਲੈ ਜਾਣ ਵਾਸਤੇ ਕਹਿ ਰਹੇ ਨੇ। ਉਸ ਵਕਤ ਸਾਰੇ ਆਨੰਦ ਸਾਹਿਬ ਦਾ ਪਾਠ ਉਹਨੇ ਆਪ ਕੀਤਾ, ਆਪ ਹੀ ਅਰਦਾਸ ਕੀਤੀ। ਫਿਰ ਉਸੇ ਵੇਲੇ ਸਰੀਰ ਸ਼ਾਂਤ ਹੋ ਗਿਆ ਸੀ। ਮਹਾਂਪੁਰਖ ਕਹਿੰਦੇ ਉਧਰ ਅਸੀਂ ਕਥਾ ਕਰਦੇ ਸੀ ਤੇ ਕਿ ਸਰੀਰ ਸ਼ਾਂਤ ਹੋ ਗਿਆ। ਸ਼ਹਿਰ ਦੇ ਲੋਕਾਂ ਨੇ ਐਡਾ ਪਿਆਰ ਕੀਤਾ, ਸਾਰੇ ਉਹਦੇ ਨਾਲ ਸੰਸਕਾਰ ਕਰਨ ਵਾਸਤੇ ਸ਼ਮਸ਼ਾਨ ਭੂਮੀ ਤੱਕ ਗਏ। ਹਰਨਾਮ ਸਿੰਘ ਜੀ ਰਾਗੀ ਹੋਰਾਂ ਨੇ ਉੱਥੇ ਜਾ ਕੇ ਪ੍ਰੇਮ ਨਾਲ ਕੀਰਤਨ ਕੀਤਾ ਸੀ। ਉਹ ਐਸੇ ਗੁਰਮੁਖ ਉਪਾਸ਼ਕ ਲੋਕ ਹੁੰਦੇ ਨੇ ਜਿਨ੍ਹਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਲਿਵ ਜੁੜੀ ਹੁੰਦੀ ਹੈ। ਗੁਰੂ ਮਹਾਰਾਜ ਸਾਹਿਬ ਜੀ ਦੇ ਪਿਆਰੇ ਪਿਆਰੇ ਹੁੰਦੇ ਨੇ। ਬੋਪਾ ਰਾਏ ਦੇ ਭਾਈ ਸਰਦਾਰਾ ਸਿੰਘ ਜੀ ਸਨ। ਉਹਨਾਂ ਦਾ ਜਦੋਂ ਸਰੀਰ ਸ਼ਾਂਤ ਹੋਣ ਲੱਗਾ, ਉਹ ਕਹਿੰਦਾ ਸੀ ਮੈਨੂੰ ਸੰਤ ਮਸਤੂ ਆਣੇ ਵਾਲੇ ਕਹਿੰਦੇ ਚੱਲ ਭਾਈ ਤੈਨੂੰ ਸੱਚਖੰਡ ਲੈ ਚੱਲੀਏ। ਉਹਨਾਂ ਇਹ ਬਚਨ ਕੀਤੇ ਸਨ। ਸੋ ਅੱਜ ਵੀ ਮਸਤੂ ਆਣੇ ਤੋਂ ਸੰਗਤ ਆਈ ਸੀ ਦਾਸ ਕੋਲੇ। ਮੈਂ ਬੇਨਤੀ ਕੀਤੀ ਸੀ ਜਿੰਨੀਆਂ ਸੀੜੀਆਂ ਨੇ ਕਥਾ ਦੀਆਂ ਜਾਂ ਪ੍ਰਚਾਰ ਦੀਆਂ ਸਾਰੀਆਂ ਮਸਤੂ ਆਣੇ ਗੁਰੂ ਘਰ ਦੇ ਵਿੱਚ ਲਾਈਆਂ ਜਾਣ, ਤਾਂ ਕਿ ਉੱਥੋਂ ਕਹਿੰਦੇ ਨੇ ਕੇਬਲ ਦੇ ਰਾਹੀਂ ਬਹੁਤ ਇਲਾਕੇ ਵਿੱਚ ਕਾਫੀ ਦੂਰ ਦਰਾਡੇ ਤੱਕ ਪ੍ਰਚਾਰ ਹੋ ਰਿਹਾ ਹੈ। ਦਾਸ ਨੇ ਬੇਨਤੀ ਕੀਤੀ ਸੰਗਤ ਨੂੰ ਵੀ ਉੱਥੇ ਵੀ ਤੁਸੀਂ ਇਹ ਸ਼ੁਰੂ ਕਰੋ ਕਥਾ ਦਾ ਪ੍ਰੋਗਰਾਮ, ਔਰ ਜਿਹੜੀ ਸੰਥਿਆ ਆਪਾਂ ਸ਼ੁਰੂ ਕੀਤੀ ਹੋਈ ਹੈ DVD ਦੇ ਰਾਹੀਂ ਉਹ ਵੀ ਉੱਥੇ ਦਿਓ। ਉੱਥੇ ਵੀ ਸੈੱਟ ਭੇਜੇ ਨੇ, ਮੈਨੂੰ ਯਾਦ ਆ ਗਿਆ ਉੱਥੇ ਵੀ। ਇਸ ਕਰਕੇ ਮਹਾਂਪੁਰਖ ਮਸਤੂਆਣਾ ਦਾ ਪਹਿਲਾਂ ਵੀ ਜ਼ਿਕਰ ਆਇਆ। ਸੋ ਕਹਿੰਦੇ ਤੈਨੂੰ ਸੱਚਖੰਡ ਲੈ ਚੱਲੀ। ਉਹਨਾਂ ਇਹ ਬਚਨ ਕੀਤੇ ਸਨ। ਉਹਦਾ ਇਹ ਸੁਭਾਅ ਸੀ, ਉਹ ਹਰ ਵਕਤ ਗੁਰੂ ਮਹਾਰਾਜ ਸਾਹਿਬ ਜੀ ਤੇ ਚੌਰ ਹੀ ਕਰਦਾ ਰਹਿੰਦਾ ਸੀ ਤੇ ਜਾਂ ਸਮੁੰਦਰ ਤੋਂ ਭਾਵ ਦੁੱਧ ਗਰਮ ਕਰਕੇ ਸੰਗਤਾਂ ਨੂੰ ਛਕਾਉਂਦਾ ਰਹਿੰਦਾ ਸੀ। ਇਉਂ ਸਾਧ ਸੰਗਤ ਜੀ 8 ਸਾਲ ਉਹਨੇ ਸੇਵਾ ਕੀਤੀ ਸੀ। 8 ਸਾਲ ਸੰਤਾਂ ਤੋਂ ਬਾਅਦ ਉਹਦਾ ਸਰੀਰ ਸ਼ਾਂਤ ਹੋਇਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਕਈਆਂ ਗੁਰਮੁਖਾਂ ਨੂੰ ਇਹ ਨਜ਼ਾਰੇ ਹੁੰਦੇ ਨੇ ਜਦੋਂ ਅੰਤ ਦਾ ਸਮਾਂ ਹੁੰਦਾ ਹੈ। ਮਹਾਰਾਜ ਜੀ ਦੇ ਗੁਰਮੁਖ ਪਿਆਰਿਆਂ ਨੂੰ ਸਤਿਗੁਰਾਂ ਦੇ ਦਰਸ਼ਨ ਜਾਂ 5 ਪਿਆਰਿਆਂ ਦੇ ਦਰਸ਼ਨ ਜਾਂ ਗੁਰਮੁਖ ਪਿਆਰਿਆਂ ਦੇ ਜਾਂ ਭਗਤਾਂ ਦੇ ਦਰਸ਼ਨ ਹੁੰਦੇ ਨੇ। ਭਗਤ ਕਬੀਰ ਜੀ ਦੇ, ਭਗਤ ਨਾਮਦੇਵ ਜੀ ਦੇ, ਇਹ ਉਹਨਾਂ ਦੀ ਪੂਰਨ ਕਰਨੀ ਦਾ ਫਲ ਹੈ, ਜਿਸ ਕਰਕੇ ਉਹ ਮਹਾਰਾਜ ਜੀ ਦੇ ਰਸ ਨੂੰ ਪ੍ਰਾਪਤ ਹੁੰਦੇ ਨੇ। ਇਉਂ ਸਾਧ ਸੰਗਤ ਜੀ ਸਹਿਜ ਪਦ ਦੇ ਸਹਿਤ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਪਹੁੰਚਦੇ ਨੇ। ਸੋ ਸਾਧ ਸੰਗਤ ਜੀ ਜੇ ਬਿਮਾਰੀ ਆਦਿਕ ਦੇ ਕਾਰਨ ਮਾਲੂਮ ਹੋ ਜਾਏ ਕਿ ਪ੍ਰਾਣੀ ਚੜ੍ਹਾਈ ਕਰ ਜਾਏਗਾ ਤਾਂ ਉਸ ਤੋਂ ਕੋਈ ਬੱਜਰ ਕੁਰਹਿਤ ਹੋਈ ਹੋਵੇ ਤਾਂ ਅੰਮ੍ਰਿਤ ਛਕਾਉਣਾ ਚਾਹੀਦਾ। ਜੇ ਬੱਜਰ ਕੁਰਹਿਤ ਨਾ ਹੋਈ ਹੋਵੇ ਤਾਂ ਅਰਦਾਸ ਕਰਾਉਣੀ ਚਾਹੀਦੀ ਹੈ। ਇਸੇ ਪ੍ਰਕਾਰ ਜਦੋਂ ਪ੍ਰਾਣੀ ਦੇ ਅੰਤ ਦਾ ਸਮਾਂ ਆ ਜਾਵੇ ਉਹਦੇ ਪਾਸ ਬਾਣੀ ਦਾ ਪਾਠ ਜ਼ਰੂਰ ਹੋਣਾ ਚਾਹੀਦਾ। ਘੱਟੋ ਘੱਟ ਸੁਖਮਨੀ ਸਾਹਿਬ ਦਾ ਸਾਰਾ ਪਾਠ ਕਰੋ। ਜੇ ਪਾਠ ਕਰਦਿਆਂ ਉਹਦੇ ਸਰੀਰ ਦਾ ਅੰਤ ਹੋ ਜਾਏ, ਬਾਣੀ ਵਿਚਾਲਿਓ ਨਹੀਂ ਛੱਡਣੀ, ਬਾਣੀ ਪੂਰੀ ਕਰਨੀ ਚਾਹੀਦੀ ਹੈ। ਜੇ ਕੋਈ ਬਾਹਲਾ ਸੰਸਾਰੀ ਆਦਮੀ ਹੋਵੇ, ਧੰਦਿਆਂ ਵਿੱਚ ਫਸਿਆ ਹੋਇਆ ਹੋਵੇ, ਮਾਇਆ ਦੇ ਮੋਹ ਵਿੱਚ ਫਸਿਆ ਹੋਵੇ, ਉਹਨੂੰ ਦੂਜੀ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੂਹਾ ਨਾਮ ਤੇਰਾ ਸੰਗ ਸਹਾਈ, ਇਹ ਜਿਹੜਾ ਪਾਠ ਉਹਦੇ ਅੰਤ ਵੇਲੇ ਉਹਨੂੰ ਸੁਣਾਉਣਾ ਚਾਹੀਦਾ। ਅਤੇ ਜੇ ਕੋਈ ਸਿਆਣਾ ਹੋਵੇ, ਬਜ਼ੁਰਗ ਹੋਵੇ, ਸਿਮਰਨ ਦੀ ਕਮਾਈ ਕਰਨ ਵਾਲਾ ਹੋਵੇ, ਉਹਨੂੰ 21ਵੀਂ ਅਸ਼ਟਪਦੀ ਜਿਹੜੀ ਸਰਗੁਣ ਨਿਰਗੁਣ ਨਿਰੰਕਾਰ ਵਾਲੀ ਹੈ ਉਹ ਸੁਣਾਉਣੀ ਚਾਹੀਦੀ ਹੈ। ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ। ਸ੍ਰੀ ਸੁਖਮਨੀ ਸਾਹਿਬ ਵਿੱਚ ਮਹਾਰਾਜ ਨੇ ਜਿਵੇਂ 290 ਅੰਗ ਤੇ ਬਚਨ ਫਰਮਾਇਆ। ਜਦੋਂ ਹਿਰਦੇ 'ਚ ਸਾਧ ਸੰਗਤ ਜੀ ਨਾਮ ਦਾ ਵਾਸਾ ਹੋ ਜਾਂਦਾ ਉਦੋਂ ਕਿਰਿਆ ਕਈ ਪ੍ਰਕਾਰ ਦੀ ਹੋਰ ਹੁੰਦੀ, ਉਦੋਂ ਬਹੁਤ ਬਖਸ਼ਿਸ਼ ਹੁੰਦੀ ਹੈ। ਤੇ ਇਸ ਪ੍ਰਕਾਰ ਜਿਨ੍ਹਾਂ ਦੇ ਹਿਰਦੇ 'ਚ ਹਲੇ ਨਾਮ ਦਾ ਵਾਸਾ ਨਹੀਂ ਹੋਇਆ ਸੋ ਉਹਨਾਂ ਨੂੰ ਜ਼ਰੂਰ ਪਾਠ ਸੁਣਾਓ, ਬਾਣੀ ਸੁਣਾਓ। ਹਿਰਦੇ 'ਚ ਨਾਮ ਦਾ ਵਾਸਾ ਹੋਣ ਕਰਕੇ ਤਾਂ ਸੁਭਾਵਤ ਜਿਉਂਦੇ ਹੀ ਮੁਕਤ ਹੁੰਦਾ ਉਹ ਜੀਵ। ਉਸ ਅਸ਼ਟਪਦੀ ਦਾ ਪਾਠ ਸੁਣਾਉਣਾ ਚਾਹੀਦਾ। ਜੇ ਪ੍ਰਾਣੀ ਦਾ ਸਰੀਰ ਵਿੱਚੇ ਸ਼ਾਂਤ ਹੋ ਜਾਏ ਤਾਂ ਬਾਣੀ ਵਿੱਚੇ ਨਹੀਂ ਛੱਡਣੀ ਚਾਹੀਦੀ। ਜੇ ਸਾਰਾ ਸੁਖਮਨੀ ਸਾਹਿਬ ਜੀ ਦਾ ਪਾਠ ਹੋ ਸਕੇ ਤਾਂ ਸਭ ਤੋਂ ਚੰਗਾ ਸੋਗ ਨਹੀਂ ਕਰਨਾ ਚਾਹੀਦਾ, ਰੋਣਾ ਪਿੱਟਣਾ ਨਹੀਂ ਚਾਹੀਦਾ। ਸਾਧ ਸੰਗਤ ਜੀ ਜੇ ਉਹ ਸਿੰਘ ਪਹਿਲਾਂ ਤੋਂ ਰਹਿਤ ਵਾਲਾ ਹੋਵੇ, ਬਿਮਾਰੀ ਦੀ ਹਾਲਤ 'ਚ ਉਹਦੀ ਰਹਿਤ ਢਿੱਲੀ ਹੋ ਗਈ ਹੋਵੇ, ਉਸ ਵੇਲੇ ਉਸ ਪ੍ਰੇਮੀ ਦਾ ਇਸ਼ਨਾਨ ਦਹੀਂ ਨਾਲ ਕਰਾਇਆ ਜਾਵੇ। ਇਸ਼ਨਾਨ ਕਰਾਉਣ ਲੱਗਿਆਂ ਪੰਜੇ ਕਕਾਰ ਸਰੀਰ ਤੋਂ ਦੂਰ ਨਹੀਂ ਕਰਨੇ ਚਾਹੀਦੇ। ਜਿਵੇਂ ਜਿਉਂਦਿਆਂ ਰੱਖਣੇ ਜ਼ਰੂਰੀ ਹਨ, ਉਸੇ ਤਰ੍ਹਾਂ ਚੜ੍ਹਾਈ ਵੇਲੇ ਵੀ ਨਾਲ ਰਹਿਣ ਤੇ ਸੰਸਕਾਰ ਵਿੱਚੇ ਹੋਣ। ਇਸ਼ਨਾਨ ਕਰਾ ਕੇ ਨਵੇਂ ਬਸਤਰ ਪਹਿਨਾਏ ਜਾਣ ਤੇ ਪੰਜੇ ਕਕਾਰ ਗਾਤਰੇ, ਕਿਰਪਾਨ, ਕਛਹਿਰਾ, ਤੇੜ ਤੇ ਗਲ ਵਿੱਚ ਕੁੜਤਾ, ਸਿਰ ਤੇ ਦਸਤਾਰ, ਗਲ ਵਿੱਚ ਪਰਨਾ ਤੇ ਕਮਰ ਕਸਾ ਕੱਸ ਕੇ ਦੂਜਾ ਕਛਹਿਰਾ ਪਰਨਾ ਸੁੱਕਾ ਲੈ ਕੇ ਲੱਕ ਦੇ ਨਾਲ ਬੰਨ੍ਹ ਦਿਓ। ਕੰਘਾ ਕੇਸਾਂ ਵਿੱਚ, ਹੱਥ ਵਿੱਚ ਕੜਾ, ਕਿਰਪਾਨ ਤੋਂ ਬਗੈਰ ਬਾਕੀ ਸਾਰੇ ਬਸਤਰ, ਗਾਤਰਾ, ਦਸਤਾਰ ਤੇ ਕੰਘਾ ਆਦਿਕ ਸਾਰੇ ਨਵੇਂ ਪਹਿਨੇ। ਕੜਾ ਤੇ ਕਿਰਪਾਨ ਪਹਿਲੇ ਹੀ ਰਹਿਣ ਦਿੱਤੇ ਜਾਣ। ਇਸ ਪ੍ਰਕਾਰ ਉਹਦੇ ਸੰਸਕਾਰ ਦੀ ਤਿਆਰੀ ਕਰਨੀ ਚਾਹੀਦੀ ਤੇ ਪ੍ਰਾਣੀ ਦੀ ਦੇਹ ਦੇ ਪਾਸ ਉੱਚੀ ਥਾਂ ਬੈਠ ਕੇ ਕੀਰਤਨ ਕੀਤਾ ਜਾਵੇ। ਤੇ ਫਿਰ ਤਿਆਰੀ ਕਰਕੇ ਸ਼ਮਸ਼ਾਨ ਭੂਮੀ ਵੱਲ ਲੈ ਜਾਣ ਲੱਗਿਆਂ ਪਹਿਲਾਂ ਗੁਰਦੁਆਰੇ ਦੇ ਬੂਹੇ ਅੱਗੇ ਸੀੜੀ ਰੱਖ ਕੇ
ਸਿਰ ਗੁਰਦੁਆਰੇ ਵੱਲ ਰੱਖਣਾ ਤੇ ਸਿਰ ਦੇ ਇੱਕ ਪਾਸੇ ਖੜੇ ਹੋ ਕੇ ਮਹਾਰਾਜ ਜੀ ਵੱਲ ਚਿਹਰਾ ਕਰਕੇ ਅਰਦਾਸ ਕਰਨੇ ਆ ਕਿ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਇਹ ਆਪ ਦਾ ਸਿੱਖ ਫਲਾਣਾ ਸਿੰਘ ਚੜ੍ਹਾਈ ਕਰ ਗਿਆ, ਇਸ ਦੇ ਜੀਵਨ ਵਿੱਚ ਗਰੀਬ ਨਵਾਜ ਜੀ ਗਲਤੀਆਂ ਹੋਈਆਂ, ਭੁੱਲਾਂ ਹੋਈਆਂ ਹੋਣ, ਰਹਿਤ ਵਿੱਚ ਗਲਤੀਆਂ ਹੋਈਆਂ ਹੋਣ, ਤੁਸੀਂ ਆਪ ਜੀ ਦਾ ਬਿਰਦ ਜਾਣ ਕੇ ਬਖਸ਼ੋ। ਆਪ ਜੀ ਦੀ ਸ਼ਰਨ ਹੈ ਮਹਾਰਾਜ ਜੀ। ਆਪ ਜੀ ਦੀ ਆਗਿਆ ਅਨੁਸਾਰ ਕੱਲੇ ਆਵੈ ਨਾਨਕਾ ਸੱਦੇ ਉੱਠੀ ਜਾਹੇ। ਇਸ ਸੰਸਾਰ ਵਿੱਚ ਆਏ ਸਨ, ਆਪ ਜੀ ਦੀ ਆਗਿਆ ਨਾਲ ਇਸ ਸੰਸਾਰ ਵਿੱਚ ਰਹੇ ਹਨ ਅਤੇ ਆਪ ਦੇ ਹੁਕਮ ਨਾਲ ਹੁਣ ਪਰਲੋਕ ਨੂੰ ਚੱਲੇ ਹਨ। ਇਸ ਦੀ ਪਤ ਰੱਖਣੀ ਸੱਚੇ ਪਾਤਸ਼ਾਹ ਜੀ ਤੇ ਸੰਸਕਾਰ ਕਰਨ ਵਾਸਤੇ ਤਿਆਰਾ ਕੀਤਾ ਹੈ। ਕਿਰਪਾ ਕਰਕੇ ਬਖਸ਼ਣਾ ਹੈ। ਅਰਦਾਸੀਏ ਨੂੰ ਕਰਨੀ ਚਾਹੀਦੀ ਹੈ। ਅਰਦਾਸ ਕਰਕੇ ਉਸ ਵੇਲੇ ਵਡਹੰਸ ਦੀ ਵਾਰ ਦਾ ਕੀਰਤਨ ਕਰਦੇ ਜਾਣਾ ਚਾਹੀਦਾ। ਸੋ ਜਿਹੜੀ ਆਪਣੀ ਪਹਿਲੀ ਅੰਮ੍ਰਿਤ ਬਾਣੀ CD ਹੈ ਉਹਦੇ ਵਿੱਚ ਵੀ ਆਪਾਂ ਨੇ 101 ਖਾਲਸੇ ਦੀ ਅਰਦਾਸ ਵੀ ਜੋ 10ਵੇਂ ਪਾਤਸ਼ਾਹ ਨੇ ਹੁਕਮ ਕੀਤਾ ਹੈ, ਅਰਦਾਸ ਦੇ ਅੱਖਰ ਅਖੀਰ ਤੇ ਹੋਣੇ ਚਾਹੀਦੇ ਨੇ। ਔਰ ਉਹ ਪੁਸਤਕ ਵੀ ਦਾਸ ਨੇ ਮਹਾਰਾਜ ਦੇ ਹੁਕਮ ਨਾਲ ਲਿਖੀ ਆ, ਸਤਿਗੁਰੂ ਦੀ ਕਿਰਪਾ ਨਾਲ। ਖਾਲਸੇ ਦੀ 101 ਅਰਦਾਸ ਪੌੜੀ ਖਲੋ ਕੇ ਲਾਉਣੀ ਚਾਹੀਦੀ ਹੈ। ਰਾਗੀ ਸਿੰਘ ਅੱਗੇ ਹੋਣ, ਪਿੱਛੇ ਨਾ ਹੋਣ ਤੇ ਰਾਗੀਆਂ ਵੱਲ ਨੂੰ ਸਿਰ ਹੋਵੇ ਉਸ ਚੜ੍ਹਾਈ ਕੀਤੇ ਮਨੁੱਖ ਦਾ, ਦੇਹੀ ਦਾ ਜਿਹੜਾ। ਤੇ ਕੀਰਤਨ ਕਰਦੇ ਕਰਦੇ ਸ਼ਮਸ਼ਾਨ ਭੂਮੀ ਵਿੱਚ ਪਹੁੰਚ ਜਾਣਾ ਚਾਹੀਦਾ ਤੇ ਅੱਧ ਮਾਰਗ ਵਿੱਚ ਜਾ ਕੇ ਦੀਵਾਨ ਨਹੀਂ ਰੱਖਣਾ। ਸੋ ਕਈ ਘੜਾ ਜਾਂ ਭਾਂਦੇ ਜਾਂ ਘੜੀ ਨਹੀਂ ਭੰਨਣੀ ਚਾਹੀਦੀ, ਰੋਣਾ ਨਹੀਂ ਚਾਹੀਦਾ, ਪਾਣੀ ਨਹੀਂ ਡੋਲਣਾ, ਕੂਕ ਧਾਰ ਨਹੀਂ ਮਾਰਨੀ, ਤਿਣਕੇ ਨਹੀਂ ਤੋੜਨੇ ਚਾਹੀਦੇ, ਮੱਥਾ ਨਹੀਂ ਟੇਕਣਾ, ਡੋਹਣੀ ਆਦਿਕ ਨਹੀਂ ਰੇੜਨੀ, ਕੋਈ ਨੂੰਹ ਜਾਂ ਸਪਤਨੀ ਆਦਿਕ ਘਰੋਂ ਸਾੜਨ ਤੁਰਨ ਲੱਗਿਆ ਜਾਂ ਚੀਖਾ ਤੇ ਰੱਖਣ ਲੱਗਿਆ ਮੱਥਾ ਨਹੀਂ ਟੇਕਣਾ ਤੇ ਹੋਰ ਫੁੱਲੀਆਂ ਮਖਾਣੇ ਆਦਿਕ ਉੱਪਰੋਂ ਸੁੱਟਣੇ ਮਨਾ ਨੇ। ਪੋਤਰਾ ਆਦਿਕ ਘੋੜੀ ਤੇ ਚੜ੍ਹ ਕੇ ਨਾਲ ਨਾ ਜਾਵੇ, ਕਿਉਂਕਿ ਕੀਰਤਨ ਦਾ ਅਦਬ ਨਹੀਂ ਰਹਿੰਦਾ। ਪੈਦਲ ਸਾਰੇ ਨਾਲ ਕੀਰਤਨ ਕਰਦੇ ਜਾਣ। ਜਿੱਥੇ ਚਿਖਾ ਬੜਾਈ ਹੈ ਉਹ ਲੱਕੜਾਂ ਦੀ ਹੋਣੀ ਚਾਹੀਦੀ ਹੈ, ਗੋਹਿਆਂ ਦੀ ਨਹੀਂ ਹੋਣੀ ਚਾਹੀਦੀ। ਸਰੀਰ ਲੈ ਜਾ ਕੇ ਉਸ ਚਿਖਾ ਦੇ ਉੱਤੇ ਰੱਖ ਦੇਣਾ ਤੇ ਕੀਰਤਨੀ ਸਿੰਘ ਕੀਰਤਨ ਕਰਨ ਲੱਗ ਜਾਣ ਤੇ ਇੱਕ ਪ੍ਰੇਮੀ ਜਪਜੀ ਸਾਹਿਬ ਦਾ ਪਾਠ ਉਹਦੇ ਸਿਰਹਾਣੇ ਵੱਲ ਖਲੋ ਕੇ ਕਰਨ ਲੱਗ ਜਾਏ। ਬਾਕੀ ਦੇ ਚਿਖਾ ਸਵਾਰਨ ਤੇ ਪਾਠ ਸੁਣਨ। ਕਈ ਵਾਰ ਦੇਖਿਆ ਕਈ ਚੌਰ ਕਰਨ ਲੱਗ ਜਾਂਦੇ ਨੇ ਮੁਰਦੇ ਦੇ ਉੱਤੇ। ਮੈਂ ਦੇਖਿਆ ਮੇਰੇ ਹੁੰਦਿਆਂ ਹੀ ਤੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚੋਂ ਚੌਰ ਇੱਕ ਵਾਰ ਜਾ ਕੇ ਲੈ ਗਏ ਸੀ। ਕਹਿੰਦੇ ਇੱਕ ਪ੍ਰਾਈਵੇਟ ਗੁਰਦੁਆਰਾ ਸੀ, ਚੌਰ ਲੈ ਗਏ ਤੇ ਉੱਥੋਂ ਚੱਕ ਕੇ ਤੇ ਉਹ ਮ੍ਰਿਤਕ ਦੇਹ ਦੇ ਉੱਤੇ ਚੌਰ ਕੀਤਾ। ਕਹਿੰਦੇ ਧੋ ਕੇ ਫੇਰ ਰੱਖ ਦਿਆਂਗੇ। ਸੋ ਦਾਸ ਨੇ ਉਦੋਂ ਕਾਫੀ ਇਸ ਗੱਲ ਦਾ ਉਹਨਾਂ ਨੂੰ ਸਮਝਾਇਆ ਸੀ ਵੀ ਇਹ ਸਾਰੀ ਜ਼ਿੰਦਗੀ ਬਜ਼ੁਰਗ ਪਤਾ ਨਹੀਂ ਕੀ ਕਰਦਾ ਰਿਹਾ, ਚੌਰ ਗੁਰੂ ਗ੍ਰੰਥ ਸਾਹਿਬ ਵਾਲਾ। ਕਹਿੰਦੇ ਵੱਖਰਾ ਚੌਰ ਲੈ ਜਾਵੇਂ, ਚੌਰ ਕਰਨ ਦੀ ਲੋੜ ਹੀ ਨਹੀਂ ਹੈ। ਇਸ ਕਰਕੇ ਕਈ ਗਾਹਾਂ ਹੀ ਵੱਧ ਜਾਂਦੇ ਨੇ। ਕਈ ਬਜ਼ੁਰਗ ਆਪਣੀਆਂ ਮਰਿਆਦਾਵਾਂ ਬਣਾ ਲੈਂਦੇ ਨੇ। ਆਪਾਂ ਨੂੰ ਸਤਿਗੁਰੂ ਦੀ ਮਰਿਆਦਾ ਅਨੁਸਾਰ ਹੀ ਕਰਮ ਕਰਨਾ ਚਾਹੀਦਾ। ਜਦੋਂ ਚਿਖਾ ਸਾਰੀ ਬਣ ਜਾਵੇ, ਜਪਜੀ ਸਾਹਿਬ ਦਾ ਪਾਠ ਕਰਕੇ ਅਗਨੀ ਲਾਉਣ ਦੀ ਅਰਦਾਸ ਕਰਨੀ ਤੇ ਕਹਿਣਾ ਸੱਚੇ ਪਾਤਸ਼ਾਹ ਜੀ ਇਸ ਨੂੰ ਕਿਰਪਾ ਕਰਕੇ ਬਖਸ਼ ਲੈਣਾ, ਪਿਛਲੀਆਂ ਗਲਤੀਆਂ ਮਾਫ ਕਰਨੀਆਂ ਆ। 10ਵੇਂ ਪਾਤਸ਼ਾਹ ਦਾ ਬਚਨ ਹੈ, ਕਿਰਿਆ ਸਹਿਤ ਸਿੱਖ ਸੰਸਕਾਰੇ। ਸਿੱਖ ਦੀ ਪੂਰੀ ਰਹਿਤ ਦੀ ਕਿਰਿਆ ਬਣਾਵੇ। ਜਦੋਂ ਸੰਸਕਾਰ ਕਰਨਾ ਹੋਵੇ ਕਸ਼ਹਿਰੇ ਬਿਨਾਂ ਨਾ ਹੋਵੇ ਕਿ ਚਲੋ ਕੀ ਪਾਉਣਾ, ਜਿਵੇਂ ਵਣਜਾਰੇ ਲੋਕ ਕਰਦੇ ਨੇ ਬਸਤਰ ਵਿੱਚ ਲਪੇਟ ਲੈਂਦੇ ਨੇ, ਇਸ ਤਰ੍ਹਾਂ ਨਹੀਂ ਕਰਨਾ। ਜਿਵੇਂ ਜਿਉਂਦੇ ਦੀ ਕਿਰਿਆ ਕਕਾਰਾਂ ਦੀ ਨਿਭੀ ਹੈ, ਜੇ ਉਸ ਤੋਂ ਗਲਤੀ ਹੋਈ ਹੋਵੇ ਰਹਿਤ ਵਿੱਚ, ਪਰ ਫਿਰ ਜ਼ਰੂਰ ਅੰਤ ਵੇਲੇ 5 ਕਕਾਰ ਪਹਿਰਾ ਕੇ ਅਰਦਾਸ ਕਰਕੇ ਆਉ, ਕਿਰਿਆ ਦੇ ਸਮੇਤ ਅਰਦਾਸ ਕਰੇ। ਜਪਜੀ ਸਾਹਿਬ ਦਾ ਪਾਠ ਕਰਕੇ ਉਹਦੇ ਜਨਮ ਦੀਆਂ ਭੁੱਲਾਂ ਬਖਸ਼ਾ ਕੇ ਅਰਦਾਸ ਕਰਕੇ ਅਗਨੀ ਲਾਉਣੀ ਚਾਹੀਦੀ। ਚੰਡਾ ਇਹਨੂੰ ਕਹਿੰਦੇ ਨੇ, ਚੰਡਾ ਲਾਉਣ ਵੇਲੇ ਧਾ ਕੂਕ ਨਹੀਂ ਮਾਰਨੀ, ਰੌਲਾ ਨਹੀਂ ਪਾਉਣਾ। ਕਿਉਂਕਿ ਇਹ ਜਿਹੜੇ 5 ਕਕਾਰਾਂ ਦੀ ਗੱਲ ਹੈ ਕਿ ਆਮ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਹਲੇ ਅੰਮ੍ਰਿਤ ਨਹੀਂ ਛਕਿਆ, ਜਾਂ ਜਿਹੜੇ ਅਸਲ ਵਿੱਚ ਮੈਂ ਦੇਖਿਆ ਕਿੰਤੂ ਪਰੰਤੂ ਅੰਮ੍ਰਿਤਧਾਰੀ ਤਾਂ ਨਹੀਂ ਕਰਦੇ, ਜਿਹੜੇ ਨੇ ਅੰਮ੍ਰਿਤ ਨਹੀਂ ਛਕਿਆ ਹੁੰਦਾ ਜਾਂ ਜਿਹੜੇ ਹੋਰ ਹੀ ਤਰ੍ਹਾਂ ਦੇ ਹੁੰਦੇ ਲੋਕ, ਤਾਂ ਉਹ ਇਹੋ ਜਿਹੇ ਲੋਕ ਨੇ ਕਈ ਜਿਹੜੇ ਕਿੰਤੂ ਪਰੰਤੂ ਫਿਰ ਬਹੁਤ ਕਰਦੇ ਗੱਲਾਂ ਦੇ ਉੱਤੇ। ਇਹ ਕਿਵੇਂ ਹੋ ਸਕਦਾ? ਇਸ ਟਰੈਕ ਵਿੱਚ ਆ ਜਾਓ, ਸਾਡੇ ਨਾਲ ਮਿਲ ਕੇ ਚਲੋ, ਅੰਮ੍ਰਿਤ ਛਕੋ, ਬਾਣੀ ਪੜ੍ਹੋ, ਤੁਹਾਨੂੰ ਸਾਰਾ ਕੁਝ ਆਪੇ ਦਿਖ ਜਾਣਾ। ਜਿਵੇਂ ਪੰਡਤ ਨਿੱਤਾਨੰਦ ਨੇ ਕਿਹਾ ਥੋੜੇ ਸਿੱਖ ਝੂਠ ਬੋਲਦੇ ਆ, ਇਹ ਕਹਿੰਦੇ ਜੀ ਇੱਕ ਛਿੰਚ ਸੱਚਖੰਡ ਜਾ ਵੜੀਦਾ ਹੈ, ਕਹਿ ਹੋ ਜਾਂਦਾ, ਉਹ ਸਾਰਾ ਕੁਝ ਹੁੰਦਾ ਹੈ। ਤਾਂ ਅਸਲ ਵਿੱਚ ਸਾਧ ਸੰਗਤ ਜੀ ਇਹ ਜਿਹੜੇ 5 ਕਕਾਰ ਨੇ, ਜਦੋਂ ਸਰੀਰ ਛੱਡਦੇ ਆ ਉਦੋਂ 5 ਕਕਾਰ ਜਾਂ ਬਸਤਰ ਜਿਹੜੇ ਸਿੱਖ ਦੇ ਆ ਇਹ ਸੂਖਮ ਰੂਪ ਵਿੱਚ ਨਾਲ ਜਾਂਦੇ ਨੇ। ਪਹਿਲਾਂ ਅਸੀਂ ਵੀ ਨਹੀਂ ਸੀ ਮੰਨਦੇ ਇਸ ਗੱਲ ਨੂੰ। ਮੈਂ ਮੁਲਤਾਨ ਵਾਲੀ ਸਾਖੀ, ਬਠਿੰਡੇ ਤੋਂ ਉਰਲੇ ਪਾਸੇ 5 ਕਿਲੋਮੀਟਰ ਪਹਿਲਾਂ ਇੱਕ ਮੁਲਤਾਨ ਪਿੰਡ ਪੈਂਦਾ, ਉੱਥੋਂ ਅੰਮ੍ਰਿਤਧਾਰੀ ਸਿੰਘ ਚੜ੍ਹਾਈ ਕਰ ਗਿਆ ਸੀ, ਟੀਕੇ ਦਾ ਰਿਐਕਸ਼ਨ ਹੋ ਗਿਆ ਸੀ ਉਹਨੂੰ। ਫਿਰ ਉਹ ਡਾਕਟਰ ਨੇ ਭੱਜ ਕੇ ਪਾਣੀ ਪੂਣੀ ਪਾਇਆ ਉਹਦੇ ਮੂੰਹ 'ਚ, ਜਦੋਂ 15-20 ਮਿੰਟ ਬਾਅਦ ਫਿਰ ਬੈਠਾ ਹੋ ਗਿਆ ਸੀ ਦੂਸਰਾ ਇੰਜੈਕਸ਼ਨ ਲਾਉਣ ਤੋਂ। ਅਸਲ ਵਿੱਚ ਉਹ ਕਹਿੰਦਾ ਮੈਂ ਸਰੀਰ ਛੱਡ ਕੇ ਚਲਿਆ ਗਿਆ ਸੀ,
ਕਹਿੰਦਾ ਸਾਰੇ ਕਕਾਰ ਮੈਂ ਇਸ ਤਰ੍ਹਾਂ ਹੀ ਪਾਏ ਹੋਏ ਸੀ। ਕਹਿੰਦੇ ਇੱਕ ਪਰਲੇ ਪਾਸੇ ਰਾਹ ਜਾਂਦਾ ਸੀ, ਉਧਰ ਲੋਕ ਜਿਹੜੇ ਉਹਨਾਂ ਨੂੰ ਮਾਰ ਪੈ ਰਹੇ ਸੀ। ਨੰਗਾ ਦੋਜਕ ਚੱਲਿਆ ਤਾਂ ਦਿਸਿਆ ਖਰਾ ਡਰਾਵਣਾ। ਕਹਿੰਦਾ ਜਿੱਧਰ ਮੈਂ ਜਾ ਰਿਹਾ ਸੀ ਉਸ ਪਾਸੇ ਢੋਲਕੀ ਛੈਣੇ ਵੱਜਦੇ, ਕੀਰਤਨ ਕਰਦੀ, ਸੰਗਤ ਵਿੱਚ ਜਾਲ ਨਾਲ ਰਲਿਆ। ਉੱਥੇ ਇੱਕ ਸਿੰਘ ਕਹਿਣ ਲੱਗਿਆ ਬਰਛੇ ਵਾਲਾ, ਕਹਿੰਦਾ ਸਿੰਘਾ ਤੇਰਾ ਟਾਈਮ ਨਹੀਂ ਹੋਇਆ, ਜਾ ਵਾਪਸ। ਕਹਾਂ ਮੈਨੂੰ ਵਾਪਸ ਛੱਡ ਗਏ ਇੱਥੇ। ਸੋ ਇਸ ਕਰਕੇ ਕਕਾਰ ਜਿਹੜੇ ਨੇ, ਤਾਈਓ ਸਤਿਗੁਰੂ ਕਹਿੰਦੇ ਇਹ ਪ੍ਰੇਮ ਪਟੋਲਾ ਤੈਸਹਿ ਦਿੱਤਾ ਢੱਕਣ ਕੂ ਪਤ, ਮੇਰੀ ਦਾਨਾ ਬੀਨਾ ਸਾਈ ਮਹਿੰਡਾ, ਨਾਨਕ ਸਾਰ ਨਾ ਜਾਣਾ ਤੇਰੀ। ਸਤਿਗੁਰੂ ਜੀ ਸਿੱਖ ਦਾ ਪਰਦਾ ਢੱਕਦੇ ਨੇ। ਇਸ ਕਰਕੇ ਇਹ ਗੱਲ ਦਾ ਖਿਆਲ ਰੱਖਣਾ। ਮਹਾਰਾਜ ਨੇ ਜਿਵੇਂ ਬਚਨ ਕੀਤਾ ਨਾ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਉਹ ਕੱਪੜਾ ਮਿਲਦਾ ਸਿਫਤ ਸ਼ਰਮ ਦਾ ਕੱਪੜਾ, ਨਾਮ ਦਾ ਕੱਪੜਾ, ਉਹ ਸਿਰੋਂ ਪਾਉ ਮਿਲਦਾ ਪਰਲੋਕ ਦਾ। ਉਹ ਅਲੱਗ ਚੀਜ਼ਾਂ ਹੁੰਦੀਆਂ। ਰੂਹਾਨੀਅਤ ਦੀਆਂ ਗੱਲਾਂ ਵੱਖਰੇ ਕਿਸਮ ਦੀਆਂ। ਆਮ ਜਿਹੜੇ ਜੀਵ ਨੇ ਇਹਨਾਂ ਨੂੰ ਇਹ ਸਮਝ ਨਹੀਂ ਲੱਗ ਸਕਦੀਆਂ। ਬਹੁਤਿਆਂ ਦਾ ਤਾਂ ਇਹੀ ਜ਼ੋਰ ਲੱਗਿਆ ਹੁੰਦਾ ਵੀ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਤੋੜੋ, ਬਸ ਮਹਾਰਾਜ ਨਾਲੋਂ, ਇੱਧਰਲੀਆਂ ਗੱਲਾਂ ਨਾਲੋਂ ਵੀ ਧੱਕ ਧਕਾ ਕੇ ਹਟਾ ਦਈਏ ਇਹਨਾਂ ਨੂੰ। ਸਿੱਖ ਉਹ ਜਿਹੜਾ ਆਪਣੇ ਪਹਿਰੇ ਤੇ ਪੱਕਾ ਰਹੇ ਤੇ ਕਿਸੇ ਦੀ ਗੱਲ ਸੁਣਨ ਦੀ ਲੋੜ ਨਹੀਂ ਹੈ। ਜਿਸ ਵਕਤ ਕੀਰਤਨ ਕਰਦਿਆਂ ਅੱਧਾ ਕੁ ਸਰੀਰ ਦਾ ਸੰਸਕਾਰ ਹੋ ਜਾਵੇ, ਉਦੋਂ ਕੀਰਤਨ ਸੋਹਲਾ ਪੜ੍ਹ ਕੇ ਅਰਦਾਸ ਕਰਨੀ ਚਾਹੀਦੀ ਹੈ। ਕਈ ਕਪਾਲ ਕਿਰਿਆ ਕਰਦੇ ਨੇ, ਸਿਰ 'ਚ ਸੋਟਾ ਮਾਰਦੇ ਨੇ ਵੀ ਸਿਰ ਕਪਾਲ ਕਿਰਿਆ ਕਰਨੀ। ਕਪਾਲ ਕਿਰਿਆ ਨਹੀਂ ਕਰਨੀ, ਇਹ ਮਨਮਤ ਹੈ। ਫਿਰ ਉੱਥੋਂ ਗੁਰਦੁਆਰਾ ਸਾਹਿਬ ਆ ਕੇ ਇਸ਼ਨਾਨ ਕਰਕੇ ਉੱਥੇ ਕੜਾਹ ਪ੍ਰਸ਼ਾਦ ਕਰਕੇ ਉਸ ਸਿੱਖ ਦੇ ਅੰਤਮ ਨਿਮਿਤ ਅਲਾਣੀਆਂ ਦੇ 5 ਸ਼ਬਦਾਂ ਦਾ ਪਾਠ ਹੋਣਾ ਚਾਹੀਦਾ। 5 ਸ਼ਬਦ 578 ਅੰਗ ਤੇ ਜਿਹੜੇ ਨੇ ਉਚਾਰਨ, ਇਹ ਪਤਾ ਹੋਣਾ ਚਾਹੀਦਾ ਗ੍ਰੰਥੀ ਸਿੰਘ ਨੂੰ। 578 ਅੰਗ ਤੇ ਹੈ। ਲਾਵਾਂ ਕਿੰਨੇ ਅੰਗ ਤੇ ਹੈ, ਅਲਾਣੀਆਂ ਕਿੰਨੇ ਅੰਗ ਤੇ ਹੈ, ਇਹ ਸਾਰੇ ਸ਼ਬਦਾਂ ਦਾ ਗਿਆਨ ਹੋਣਾ ਚਾਹੀਦਾ। ਵੀ ਇਹ ਇਸੇ ਪ੍ਰਕਾਰ ਰਾਮਕਲੀ ਸਦ ਕਿੰਨੇ ਅੰਗ ਤੇ ਹੈ, ਸਾਰਾ ਗਿਆਨ ਹੋਣਾ ਚਾਹੀਦਾ ਜੀਵ ਨੂੰ। ਆਸਾ ਮਹੱਲਾ ਪਹਿਲਾ, ਦੀਵਾ ਮੇਰਾ ਏਕ ਨਾਮ ਹੈ 358 ਅੰਗ ਤੇ। ਸੂਹੀ ਮਹੱਲਾ ਪੰਜਵਾਂ, ਕਰਮ ਧਰਮ ਪਾਖੰਡ ਜੋ ਦੀਸੈ, ਇਹ 747 ਅੰਗ ਤੇ। ਮਾਰੂ ਮਹੱਲਾ ਪੰਜਵਾਂ, ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਇਹ ਪੂਰੇ 1000 ਅੰਗ ਤੇ ਹੈ। ਤੇ ਇਸ ਪ੍ਰਕਾਰ ਸਾਧ ਸੰਗਤ ਜੀ ਤੇ ਨਾਲ ਹੀ ਇਹਨਾਂ ਸ਼ਬਦਾਂ ਦਾ ਪਾਠ ਹੋਣਾ ਚਾਹੀਦਾ।